प्यारे विद्यार्थियों, ਅੱਜ मैं ਤੁਹਾਨੂੰ 7th क्लास ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ ਫਸਟ ਨਿਊਟ੍ਰੀਸ਼ਨ ਇਨ ਪਲਾਂਟਸ ਦਾ ਅਗਲਾ ਪਾਰਟ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 4 ਤੋਂ ਲੈ ਕੇ 7 ਤੱਕ ਹੈ। ਅਸੀਂ ਪਹਿਲਾਂ ਪੜ੍ਹਿਆ ਸੀ ਕਿ ਨਿਊਟ੍ਰੀਸ਼ਨ ਕੀ ਹੁੰਦਾ ਹੈ, ਨਿਊਟ੍ਰੀਸ਼ਨ ਦੇ ਮੋਡ ਕਿਹੜੇ-ਕਿਹੜੇ ਨੇ, ਆਟੋਟ੍ਰੋਪਿਕ ਤੇ ਹਾਈਡਰੋਟ੍ਰੋਪਿਕ। ਆਟੋਟ੍ਰੋਪਿਕ ਬਾਰੇ ਪੜ੍ਹਿਆ ਸੀ ਕਿ ਗ੍ਰੀਨ ਪਲਾਂਟਸ ਨੂੰ ਆਟੋਟ੍ਰੋਪਿਕ ਮੋਡਸ ਕਹਿੰਦੇ ਨੇ ਕਿਉਂਕਿ ਇਹ ਆਪਣਾ ਖਾਣਾ ਖੁਦ ਬਣਾਉਂਦੇ ਨੇ। ਕਿਸ ਤਰ੍ਹਾਂ ਖਾਣਾ ਬਣਾਉਂਦੇ ਨੇ ਜੀ, ਫੋਟੋਸਿੰਥੇਸਿਸ ਕਿਸ ਤਰ੍ਹਾਂ ਕਰਦੇ ਨੇ, ਸਾਰਾ ਕੁਝ ਇਹਦੇ ਬਾਰੇ ਪੜ੍ਹਿਆ ਸੀ। ਹੁਣ ਅਸੀਂ ਗੱਲ ਕਰ ਰਹੇ ਹਾਂ ਜੀ ਹਾਈਡਰੋਟ੍ਰੋਪਿਕ ਮੋਡਸ ਜਾਂ 1.3 ਅਦਰ ਮੋਡ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਇਹ ਹੋਰ ਤਰ੍ਹਾਂ ਦੇ ਕਿਹੜੇ ਮੋਡਸ ਹੋਣਗੇ ਜਿਸ ਤਰ੍ਹਾਂ ਗ੍ਰੀਨ ਪਲਾਂਟਸ ਆਪਣਾ ਖਾਣਾ ਬਣਾਉਂਦੇ ਨੇ ਜਾਂ ਕੋਈ ਹੋਰ ਪਲਾਂਟਸ ਆਪਣਾ ਖਾਣਾ ਬਣਾਉਂਦੇ ਨੇ। ਇਹਨਾਂ ਵਿੱਚ ਗੱਲ ਕਰ ਰਹੇ ਹਾਂ ਜੀ ਪੈਰਾਸਾਈਟ ਪਲਾਂਟਸ ਦੀ ਤੇ ਇਨਸੈਕਟੀਵੋਰੀਅਸ ਪਲਾਂਟਸ ਦੀ। ਪੈਰਾਸਾਈਟ ਪਲਾਂਟਸ ਕਿਹੜੇ ਹੋਣਗੇ, ਉਹ ਆਪਣਾ ਖਾਣਾ ਕਿਸ ਤਰ੍ਹਾਂ ਬਣਾਉਂਦੇ ਨੇ, ਇਨਸੈਕਟੀਵੋਰੀਅਸ ਪਲਾਂਟਸ ਆਪਣਾ ਖਾਣਾ ਕਿਸ ਤਰ੍ਹਾਂ ਬਣਾਉਂਦੇ ਨੇ, ਅਸੀਂ ਇਹਨਾਂ ਬਾਰੇ ਗੱਲ ਕਰਦੇ ਹਾਂ ਜੀ। There are some plants which do not have chlorophyll. They cannot synthesize food. They use hydrotrophic modes. ਕਹਿੰਦਾ ਜੀ ਕੁਝ ਪਲਾਂਟਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ। ਜੇਕਰ ਕਲੋਰੋਫਿਲ ਨਹੀਂ ਹੁੰਦੀ ਤਾਂ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ। ਉਹ ਕਿਹੜਾ ਮੋਡ ਯੂਜ਼ ਕਰਦੇ ਨੇ ਜੀ, ਹਾਈਡਰੋਟ੍ਰੋਪਿਕ ਮੋਡਸ, ਪਰਪੋਸ਼ੀ ਮੋਡ ਨੂੰ ਯੂਜ਼ ਕਰਦੇ ਨੇ। ਹਾਂਜੀ, ਨੰਬਰ 1 ਦੀ ਗੱਲ ਕਰਨ ਚੱਲੇ ਹਾਂ ਜੀ, ਪੈਰਾਸਾਈਟ ਪਲਾਂਟਸ। ਲੁੱਕ ਐਟ ਦਾ ਫਿਗਰ 1.5. Do you see a yellow wearing branch structure twining around the stem and the branches of a tree? ਕਹਿੰਦਾ ਜੀ ਇੱਕ ਫਿਗਰ ਵੇਖੋ 1.5 ਤੁਹਾਡੀ ਬੁੱਕ ਦੇ ਵਿੱਚ ਹੈਗੀ ਹੈ ਜੀ। ਇਹਦੇ ਤੋਂ ਨਜ਼ਰ ਕੀ ਆ ਰਿਹਾ ਕਿ ਇੱਕ ਰੁੱਖ ਦੇ ਉੱਪਰ ਤੁਹਾਨੂੰ ਪੀਲੇ ਰੰਗ ਦੀਆਂ ਧਾਗੇ ਵਰਗੀਆਂ ਨਾ ਸੰਰਚਨਾਵਾਂ ਨਜ਼ਰ ਆ ਰਹੀਆਂ ਨਜ਼ਰ ਜੀ। ਇਸ ਰੁੱਖ ਦੇ ਉੱਪਰ ਨਾ ਪੀਲੇ ਰੰਗ ਧਾਗੇ ਨਜ਼ਰ ਆ ਰਹੇ ਨੇ। ਇਹਨਾਂ ਨੂੰ ਕੀ ਕਹਿੰਦੇ ਨੇ, ਇਹ ਆਪਣਾ ਖਾਣਾ ਕਿਵੇਂ ਬਣਾਉਂਦੇ ਨੇ, ਅਸੀਂ ਇਹਨਾਂ ਬਾਰੇ ਪੜ੍ਹਨ ਲੱਗੇ ਹਾਂ। This is a plant called ਕੋਸਕੈਟਾ। ਕਹਿੰਦਾ ਜੀ ਇੱਕ ਪਲਾਂਟ ਹੈ, ਇਹਨੂੰ ਕੀ ਬੋਲਦੇ ਨੇ ਜੀ, ਕੋਸਕੈਟਾ, ਤੇ ਪੰਜਾਬੀ 'ਚ ਬੋਲਦੇ ਨੇ ਜੀ ਅਮਰਬੇਲ। ਇਟ ਡਜ਼ ਨੋਟ ਹੈਵ ਕਲੋਰੋਫਿਲ। ਕਹਿੰਦਾ ਜੀ ਇਹਦੇ ਵਿੱਚ ਕਲੋਰੋਫਿਲ ਨਹੀਂ ਹੈ। ਇਹ ਸਾਨੂੰ ਨਜ਼ਰ ਹੀ ਆ ਰਿਹਾ ਕਿਉਂਕਿ ਇਸਦਾ ਕਲਰ ਕੀ ਹੈ, ਯੈਲੋ। ਜੇ ਉਹਦਾ ਕਲਰ ਯੈਲੋ ਹੈ ਦੈਟਸ ਮੀਨ ਉਹਦੇ ਅੰਦਰ ਕਲੋਰੋਫਿਲ ਨਹੀਂ ਗਈ। ਜੇ ਕਲੋਰੋਫਿਲ ਨਹੀਂ ਗਈ ਤਾਂ ਆਪਣਾ ਖਾਣਾ ਵੀ ਖੁਦ ਨਹੀਂ ਬਣਾ ਸਕਦੇ। ਇਟ ਟੇਕਸ ਰੈਡੀਮੇਡ ਫੂਡ ਫਰੋਮ ਦਾ ਪਲਾਂਟ ਔਨ ਵਿਚ ਇਟ ਇਜ਼ ਕਲਿੰਗਿੰਗ। ਕਹਿੰਦਾ ਜੀ ਉਹ ਆਪਣਾ ਖਾਣਾ ਰੈਡੀਮੇਡ ਲੈ ਰਿਹਾ ਜੀ, ਬਣਿਆ ਬਣਾਇਆ ਖਾਣਾ ਲੈ ਰਿਹਾ। ਕਿੱਥੋਂ ਲੈ ਰਿਹਾ, ਜਿਸ ਉਹ ਰੁੱਖ ਦੇ ਜਾਂ ਜਿਸ ਉਹ ਪੌਦੇ ਦੇ ਉੱਪਰ ਹੈਗਾ। The plant on which it climbs is used the host. ਜਿਸ ਪੌਦੇ ਦੇ ਉੱਪਰ ਕੋਸਕੈਟਾ ਹੈਗਾ ਜੀ ਉਹਨੂੰ ਕੀ ਮੰਨਦੇ ਆ, ਹੋਸਟ। ਜਿਸ ਪੌਦੇ ਦੇ ਉੱਪਰ ਕੋਸਕੈਟਾ ਨਾਂ ਦਾ ਪਲਾਂਟਸ ਹੈਗਾ ਉਹਨੂੰ ਕੀ ਕਹਿੰਦੇ ਆ ਜੀ, ਹੋਸਟ। Since it deprives the host of valuable nutrients, ਕੋਸਕੈਟਾ is called parasite. ਕਹਿੰਦਾ ਹੈ ਜੀ ਕੋਸਕੈਟਾ ਕੀ ਕਰਦਾ ਪਿਆ, ਆਪਣਾ ਖਾਣਾ, ਆਪਣੇ ਨਿਊਟ੍ਰੀਐਂਟਸ ਜੋ ਉਹਨੂੰ ਚਾਹੀਦਾ ਉਹ ਜਿਸ ਪਲਾਂਟਸ ਦੇ ਉੱਪਰ ਹੈਗਾ ਉਹਨੂੰ ਬੋਲਦੇ ਹੋਸਟ ਪਲਾਂਟ। ਉਹ ਸਾਰਾ ਕੁਝ ਉੱਥੋਂ ਲੈ ਰਿਹਾ, ਆਪਣਾ ਖਾਣਾ ਵੀ ਉੱਥੋਂ ਲੈ ਰਿਹਾ, ਆਪਣੇ ਨਿਊਟ੍ਰੀਐਂਟਸ ਵੀ ਉੱਥੋਂ ਲੈ ਰਿਹਾ। ਤੇ ਕੀ ਕਰਦਾ ਪਿਆ ਜੀ, ਆਪਣਾ ਖਾਣਾ ਤਾਂ ਲੈ ਰਿਹਾ, ਹੋਸਟ ਪਲਾਂਟ ਨੂੰ ਕੀ ਕਰਦਾ, ਹਾਰਮ ਕਰਦਾ ਪਿਆ ਕਿਉਂਕਿ ਉਹਨਾਂ ਤੋਂ ਨਿਊਟ੍ਰੀਐਂਟਸ ਮਿਲਦੇ ਨਹੀਂ ਪਏ। ਤੇ ਹੌਲੀ ਹੌਲੀ ਜਿਸ ਜਗ੍ਹਾ ਤੇ ਕੋਸਕੈਟਾ ਨਾਂ ਦਾ ਪਲਾਂਟਸ ਹੁੰਦਾ ਹੈ ਜੀ, ਜਿਸ ਪੌਦੇ ਦੇ ਉੱਪਰ ਹੁੰਦਾ ਉਸ ਪੌਦੇ ਨੂੰ ਹੌਲੀ ਹੌਲੀ ਉਹ ਮਾਰ ਦਿੰਦਾ, ਸੁਕਾ ਦਿੰਦਾ। ਕਿਉਂ, ਕਿਉਂਕਿ ਉਹਨਾਂ ਦੇ ਨਿਊਟ੍ਰੀਐਂਟਸ ਉਹ ਸਾਰੇ ਆਪ ਖਾ ਲੈਂਦਾ ਤੇ ਉਸ ਪੌਦੇ ਨੂੰ ਨਹੀਂ ਦਿੰਦਾ। ਉਹਨੂੰ ਕੀ ਬੋਲਦੇ ਨੇ ਜੀ, ਪੈਰਾਸਾਈਟ ਪਲਾਂਟਸ। Are we and other animals also kind of parasites? ਰਾਈਟਰ ਦਾ ਕੁਐਸਚਨ ਹੈ ਜੀ। ਕਹਿੰਦਾ ਅਸੀਂ ਹੋ ਗਏ ਜਾਂ ਕੋਈ ਹੋਰ ਐਨੀਮਲਸ ਹੋ ਗਏ, ਇਹ ਵੀ ਪੈਰਾਸਾਈਟ ਹੈ ਕਿਉਂਕਿ ਅਸੀਂ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ। ਅਸੀਂ ਆਪਣਾ ਖਾਣਾ ਗ੍ਰੀਨ ਪਲਾਂਟਸ ਤੋਂ ਲੈਂਦੇ ਹਾਂ। ਇਹਦਾ ਮਤਲਬ ਅਸੀਂ ਵੀ ਕੀ ਹੋ ਗਏ ਜੀ, ਪੈਰਾਸਾਈਟ? No, because we obtain the food from plants like as fruits, vegetables. ਕਹਿੰਦਾ ਜੀ ਨਹੀਂ, ਅਸੀਂ ਜਿਹੜਾ ਖਾਣਾ ਲੈ ਰਹੇ ਹਾਂ ਜੀ ਪੌਦਿਆਂ ਤੋਂ, ਕਿਸ ਤਰ੍ਹਾਂ ਦਾ ਖਾਣਾ ਲੈ ਰਹੇ ਹਾਂ, ਜਿਸ ਤਰ੍ਹਾਂ ਫਲ ਹੋ ਗਏ, ਸਬਜ਼ੀਆਂ ਹੋ ਗਈਆਂ, ਠੀਕ ਹੈ ਜੀ, ਕੁਝ ਅਨਾਜ ਹੋ ਗਿਆ, ਅਸੀਂ ਇਹਨਾਂ ਤੋਂ ਆਹ ਖਾਣਾ ਲੈ ਰਹੇ ਹਾਂ। We do not obtain the plants food like as chlorophyll. ਕਹਿੰਦਾ ਜੀ ਅਸੀਂ ਪਲਾਂਟਸ ਦਾ ਨਹੀਂ ਖਾਣਾ ਲੈ ਰਹੇ, ਜਿਹੜਾ ਪਲਾਂਟਸ ਆਪਣਾ ਖਾਣਾ ਬਣਾਉਂਦੇ ਨੇ ਕਲੋਰੋਫਿਲ, ਅਸੀਂ ਉਹ ਨਹੀਂ ਖਾ ਰਹੇ। ਅਸੀਂ ਪਲਾਂਟਸ ਨੂੰ ਕੋਈ ਨੁਕਸਾਨ ਨਹੀਂ ਦੇ ਰਹੇ, ਇਸ ਕਰਕੇ ਅਸੀਂ ਪੈਰਾਸਾਈਟਸ ਨਹੀਂ ਹੋ ਸਕਦੇ। ਅਸੀਂ ਆਪਣਾ ਖਾਣਾ ਸਿਰਫ ਪੌਦਿਆਂ ਤੋਂ ਲੈ ਰਹੇ ਨੇ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਦੇ ਰਹੇ। ਇਹਨੂੰ ਬੋਲਦੇ ਜੀ ਪੈਰਾਸਾਈਟ ਪਲਾਂਟਸ। ਅੱਗੋਂ ਗੱਲ ਕਰ ਰਹੇ ਹਾਂ ਜੀ insectivorous plants. Some plants trap the insects that come in their contact and eat them. Such insects eating plants are called insectivorous plants. ਕਹਿੰਦਾ ਜੀ ਕੁਝ ਪਲਾਂਟਸ ਇਦਾਂ ਦੇ ਹੁੰਦੇ ਨੇ ਕਿ ਜਦੋਂ ਉਹਨਾਂ ਦੇ ਲਾਗੇ ਕੋਈ ਇਨਸੈਕਟ, ਕੀਟ ਪਤੰਗੇ ਆਉਂਦੇ ਨੇ ਤੇ ਉਹਨਾਂ ਨੂੰ ਕੀ ਕਰਦੇ ਨੇ ਜੀ, ਖਾ ਲੈਂਦੇ ਨੇ। ਜਿਹੜੇ ਪੌਦੇ ਕੀਟ ਪਤੰਗਾਂ ਨੂੰ, ਕੁਝ ਇਨਸੈਕਟਸ ਨੂੰ ਖਾਂਦੇ ਨੇ ਉਹਨੂੰ ਕੀ ਬੋਲਦੇ ਨੇ ਜੀ, insectivorous plants. For example, pitcher plants and Venus flytrap. ਕਹਿੰਦਾ ਜੀ ਉਸ ਐਗਜ਼ਾਮਪਲ ਕਿਹੜੀ ਹੈ, ਪਿਚਰ ਪਲਾਂਟ ਦੀ ਹੋ ਸਕਦੀ ਐਗਜ਼ਾਮਪਲ, ਤੇ ਹੋਰ ਕਿਹੜੀ ਹੋ ਸਕਦੀ ਹੈ ਜੀ, ਵਿਨਸ ਫਲਾਈਟ੍ਰੈਪ ਦੀ। ਕਿ ਜਿਹੜੇ ਪੌਦੇ ਕੀਟ ਪਤੰਗਾਂ ਨੂੰ, ਇਨਸੈਕਟਸ ਨੂੰ ਖਾਂਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਜੀ, ਇਨਸੈਕਟੀਵੋਰੀਅਸ ਪਲਾਂਟਸ। ਕਹਿੰਦਾ ਸੀ ਫਿਗਰ 1.6। ਕਹਿੰਦਾ ਤੁਹਾਡੀ ਬੁੱਕ ਦੇ ਵਿੱਚ ਫਿਗਰ ਦਿੱਤੀ ਗਈ ਹੈ ਜੀ 1.6, ਇਹਨੂੰ ਵੇਖੋ। ਇਹਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ, ਇੱਕ ਪਲਾਂਟ ਹੈ ਜੀ,
ਉਹਦੇ ਪੱਤੀਆਂ ਵੇਖੋ, ਆ ਉਹਦੀ ਪੱਤੀਆਂ ਦੀ ਸ਼ੇਪ ਕਿਸ ਤਰ੍ਹਾਂ ਬਣੀ ਹੋਈ ਹੈ। ਇੱਕ ਬਣੀ ਪਿਕਚਰ ਪਲਾਂਟ ਵਾਂਗੂ। ਪਿਕਚਰ ਪਲਾਂਟ ਨੂੰ ਪੰਜਾਬੀ 'ਚ ਕਹਿੰਦੇ ਨੇ ਜੀ ਘੜਾ ਪੌਦਾ। ਇਹ ਘੜੇ ਦੀ ਸ਼ੇਪ ਵਾਂਗੂ ਬਣਿਆ ਹੋਇਆ ਨਾ, ਇਹਨੂੰ ਕਹਿੰਦੇ ਨੇ ਜੀ ਘੜਾ ਬੂਟੀ ਪੌਦਾ। ਇਹਦੇ ਵਿੱਚ ਕੀ ਨਜ਼ਰ ਆ ਰਿਹਾ ਤੁਹਾਨੂੰ? ਉੱਪਰ ਇੱਕ ਲਿਡ ਨਜ਼ਰ ਆ ਰਹੀ, ਲਿਡ ਮਤਲਬ ਢੱਕਣ ਨਜ਼ਰ ਆ ਰਿਹਾ। ਇੱਕ ਉਹ ਢੱਕਣ ਸਪੈਸ਼ਲ ਵੱਖਰੀ ਚੀਜ਼ ਨਹੀਂ ਲੱਗੀ ਹੋਈ, ਇਹ ਪੱਤੇ ਦਾ ਹੀ ਪਾਰਟ ਹੈ, ਉਹ ਮੁੜ ਜਾਂਦਾ, ਉਹਨੂੰ ਉਹਦੀ ਲਿਡ ਬਣ ਜਾਂਦੀ ਹੈ। ਇਹ ਕੀ ਕਰਦੇ ਨੇ ਜੀ, ਜਦੋਂ ਇਹਨਾਂ ਦੇ ਕੰਟੈਕਟ ਵਿੱਚ ਕੋਈ ਆਂਦਾ ਇਨਸੈਕਟਸ ਹੁੰਦਾ ਤਾਂ ਉਹਨਾਂ ਨੂੰ ਖਾ ਲੈਂਦੇ ਨੇ। ਇਹਨੂੰ ਕੀ ਕਹਿੰਦੇ ਨੇ ਜੀ, ਇਨਸੈਕਟੀਵੋਰੀਅਸ ਪਲਾਂਟਸ। ਇਨ ਦਾ ਪਿਕਚਰ ਪਲਾਂਟ ਦਾ ਅਪੈਕਸ ਆਫ ਦਾ ਲੀਫ ਫਰੋਮ ਐ ਲਿਡਸ। ਕਹਿੰਦਾ ਜੀ ਪੱਤੇ ਦੀ ਸ਼ੇਪ ਇਸ ਤਰ੍ਹਾਂ ਬਣੀ ਹੋਈ ਹੈ, ਲਿਡ ਵਾਂਗੂ ਢੱਕਣ ਵਾਂਗੂ ਬਣੀ ਹੋਈ ਹੈ। ਇਨਸਾਈਡ ਦਾ ਪਿਕਚਰ there are hair which are directed downwards. When an insect lands in the picture, the insect gets entangled into the hair. ਕਹਿੰਦਾ ਜੀ ਪੌਦੇ ਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਨਾ ਕੁਛ ਨਾ ਇਸਦੀਆਂ ਬਣੀਆਂ ਹੋਈਆਂ ਧਾਰਾਵਾਂ ਬਣੀਆਂ ਹੋਈਆਂ, ਕੁਝ ਚੀਜ਼ਾਂ ਬਣੀਆਂ ਹੋਈਆਂ, ਇਹਦੇ ਅੰਦਰ ਡੂੰਘੀਆਂ ਬਣੀਆਂ ਹੋਈਆਂ, ਡੂੰਘੀਆਂ ਵਾਂਗੂ ਨਾ ਲਾਈਨਾਂ ਬਣੀਆਂ ਹੋਈਆਂ ਨੇ। ਜਦੋਂ ਕੋਈ ਇਨਸੈਕਟ ਆਂਦਾ ਇਹਦੇ ਅੰਦਰ ਇੰਟੈਂਗਲਡ ਫਸ ਜਾਂਦਾ, ਇਹਦੇ ਅੰਦਰ ਹੀ ਉਹ ਫਸ ਕੇ ਰਹਿ ਜਾਂਦਾ, ਉਹ ਕੋ ਬਾਹਰ ਨਹੀਂ ਆ ਜਾਂਦਾ। ਜਦੋਂ ਇਨਸੈਕਟ ਅੰਦਰ ਜਾਂਦਾ ਲਿਡ ਆਪਣੇ ਆਪ ਬੰਦ ਹੋ ਜਾਂਦੀ ਹੈ ਤੇ ਅੰਦਰ ਹੀ ਉਹ ਕੀਟ ਪਤੰਗਾ ਫਸ ਕੇ ਰਹਿ ਜਾਂਦਾ ਤੇ ਉਹ ਘੜਾ ਬੁੱਟੀ ਪੌਦਾ ਨੂੰ ਖਾ ਲੈਂਦਾ, ਪਿਕਚਰ ਪਲਾਂਟ ਉਹਨੂੰ ਖਾ ਲੈਂਦਾ। The lid closes and the insect are trapped. The insect is digested by the digestive juices secreted in the picture and its nutrition are absorbed. ਕਹਿੰਦਾ ਜੀ ਜਦੋਂ ਉਹਦੇ ਅੰਦਰ ਪਿਕਚਰ ਪਲਾਂਟ ਦੇ ਵਿੱਚ ਇਨਸੈਕਟ ਫਸ ਜਾਂਦਾ ਤੇ ਕੀ ਹੁੰਦਾ ਜੀ, ਇਹਨਾਂ ਦੇ ਪੌਦਿਆਂ ਦੇ ਵਿੱਚ ਨਾ ਇੱਕ ਡਾਈਜੈਸਟਿਵ ਜੂਸ ਹੁੰਦਾ, ਉਸ ਦੇ ਰਾਹੀਂ ਨਾ ਉਹ ਕੀੜ ਪਤੰਗਿਆਂ ਨੂੰ ਖਾ ਲੈਂਦੇ ਨੇ ਤੇ ਉਹਨਾਂ ਤੋਂ ਖਾਣ ਤੋਂ ਬਾਅਦ ਕੀ ਕਰਦੇ ਨੇ ਜੀ, ਉਹਨਾਂ ਤੋਂ ਨਿਊਟ੍ਰੀਐਂਟਸ ਸਾਰਾ ਉਹਨਾਂ ਦੇ ਪੋਸ਼ਕ ਤੱਤ ਨੂੰ ਆਪਣੇ ਅੰਦਰ ਅਬਜ਼ੌਰਬ ਕਰ ਲੈਂਦੇ ਨੇ। ਹਾਂਜੀ, ਬੂਜੋ ਇਜ਼ ਕਨਫਿਊਜ਼ਡ। If the picture plant is green and carries out photosynthesis, then why does it feed on insects? ਕਹਿੰਦਾ ਜੀ ਬੂਜ਼ੋ ਰਾਈਟਰ ਦਾ ਫਰੈਂਡ ਉਹ ਕਨਫਿਊਜ਼ ਹੈ, ਉਹ ਬੜਾ ਹੈਰਾਨ ਹੋਇਆ। ਕਹਿੰਦਾ ਜੇਕਰ ਹਰੇ ਜਿਸ ਤਰ੍ਹਾਂ ਪਿਕਚਰ ਪਲਾਂਟ ਹੈ, ਜੇ ਗ੍ਰੀਨ ਕਲਰ ਦਾ ਨਜ਼ਰ ਆਉਂਦਿਆ, ਹਰੇ ਰੰਗ ਦਾ ਨਜ਼ਰ ਆਉਂਦਿਆ, ਇਸ ਦਾ ਮਤਲਬ ਫੋਟੋਸਿੰਥੇਸਿਸ ਵੀ ਕਰਦਾ ਹੋਏਗਾ। ਠੀਕ ਹੈ ਜੀ, ਉਹ ਪ੍ਰਕਾਸ਼ ਸੰਸ਼ਲੇਸ਼ਣ ਵੀ ਕਰਦਾ, ਆਪਣਾ ਖਾਣਾ ਵੀ ਖੁਦ ਬਣਾਉਂਦਾ। ਕਹਿੰਦਾ ਤੇ ਫਿਰ ਇਹਨੂੰ ਇਨਸੈਕਟ ਖਾਣ ਦੀ ਲੋੜ ਕਿਉਂ ਪੈਂਦੀ, ਫਿਰ ਉਹ ਕੀੜ ਪਤੰਗਿਆਂ ਨੂੰ ਕਿਉਂ ਖਾਂਦਾ? ਯੈਸ, ਪਿਕਚਰ ਪਲਾਂਟ ਗ੍ਰੀਨ ਪਲਾਂਟਸ ਦੇ ਕੈਨ ਪ੍ਰਪੇਅਰ ਦੇਅਰ ਓਨ ਫੂਡ। ਕਹਿੰਦਾ ਜੀ ਹਾਂ, ਪਿਕਚਰ ਪਲਾਂਟ ਗ੍ਰੀਨ ਕਲਰ ਦਾ ਤਾਂ ਆਪਣਾ ਖਾਣਾ ਖੁਦ ਬਣਾ ਸਕਦਾ, ਬਟ ਫॉर preparing proteins they convert get nitrogen from the surroundings. The insect on which they fed fulfill their nitrogen requirements. ਕਹਿੰਦਾ ਹੈ ਜੀ ਇਸ ਹਰਾ ਪੌਦਾ ਠੀਕ ਹੈ, ਜਿਹੜਾ ਪਿਕਚਰ ਪਲਾਂਟਸ ਉਹ ਗ੍ਰੀਨ ਕਲਰ ਦਾ ਆਪਣਾ ਖਾਣਾ ਖੁਦ ਬਣਾਉਂਦਾ, ਪਰ ਉਹਨੂੰ ਆਪਣੇ ਖਾਣੇ ਬਣਾਉਣ ਦੇ ਨਾਲ ਉਹਨੂੰ ਨਾਈਟ੍ਰੋਜਨ ਦੀ ਵੀ ਲੋੜ ਪੈਂਦੀ ਹੈ। ਠੀਕ ਹੈ ਜੀ, ਉਹ ਨਾਈਟ੍ਰੋਜਨ ਆਪਣੇ ਆਲੇ ਦੁਆਲੇ ਤੋਂ ਨਹੀਂ ਲੈ ਸਕਦਾ, ਇਸ ਕਰਕੇ ਉਹ ਇਹਨਾਂ ਇਨਸੈਕਟਸ ਨੂੰ ਖਾਂਦਾ ਤਾਂ ਜੋ ਆਪਣੀ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰ ਸਕੇ। ਇਸ ਕਰਕੇ ਪਿਕਚਰ ਪਲਾਂਟ ਇਨਸੈਕਟਸ ਨੂੰ ਖਾਂਦਾ ਹੈ। ਸਾਨੂੰ ਪਤਾ ਲੱਗ ਗਿਆ ਜੀ ਇਨਸੈਕਟੀਵੋਰੀਅਸ ਪਲਾਂਟਸ ਕਿਹੜੇ ਹੁੰਦੇ ਨੇ। ਅੱਗੋਂ ਗੱਲ ਕਰ ਰਹੇ ਹਾਂ ਜੀ ਸੈਪਰੋਟੋਪਸੀ। ਸੈਪਰੋਟੋਪਸ ਕੀ ਹੁੰਦੇ ਨੇ? The organism derive nutrients from dead and decaying matter. They are saprotrops. ਕਹਿੰਦਾ ਜੀ ਉਹ ਜੀਵ ਜੰਤੂ ਜਿਹੜਾ ਆਪਣਾ ਖਾਣਾ ਜਾਂ ਪੋਸ਼ਕ ਤੱਤ ਮਰੇ ਹੋਏ, ਠੀਕ ਹੈ ਜੀ, ਤੇ ਜਾਂ ਕੋਈ ਗਲੇ ਸੜੇ ਪਦਾਰਥਾਂ ਤੋਂ ਪ੍ਰਾਪਤ ਕਰਨ, ਉਹਨੂੰ ਕੀ ਬੋਲਦੇ ਨੇ ਜੀ? ਸੈਪਰੋਟੋਪਸ ਬੋਲਦੇ ਨੇ। ਠੀਕ ਹੈ, ਐਕਟੀਵਿਟੀ ਨੰਬਰ 1.2 ਕਹਿੰਦਾ ਜੀ ਇੱਕ ਐਕਟੀਵਿਟੀ ਕਰਨ ਜਾ ਰਹੇ ਹਾਂ। ਟੇਕ ਏ ਪੀਸ ਆਫ ਬ੍ਰੈਡ and moisten it with the water. Leave it in most warm place for 2 and 3 days. ਕਹਿੰਦਾ ਜੀ ਇੱਕ ਬ੍ਰੈਡ ਦਾ ਪੀਸ ਲਓ, ਉਹਨੂੰ ਪਾਣੀ ਵਿੱਚ ਥੋੜਾ ਜਿਹਾ ਨਾ ਗਿੱਲਾ ਕਰੋ ਤੇ 2-3 ਦਿਨ ਲਈ ਨਾ ਉਹਨੂੰ ਕਿਤੇ ਖੁੱਲੀ ਜਗ੍ਹਾ ਤੇ ਰੱਖ ਦਿਓ। ਠੀਕ ਹੈ ਜੀ, ਖੁੱਲੀ ਜਗ੍ਹਾ ਮਤਲਬ ਜਿੱਥੇ ਗਰਮੀ ਵੀ ਹੋਵੇ ਤੇ ਥੋੜੀ ਨਮੀ ਵੀ ਹੋਵੇ। ਵਾਟ ਇਜ਼ ਦ ਕਲਰ ਆਫ ਦਿਸ ਪੈਚਿਸ? ਕਹਿੰਦਾ ਜੀ ਫਿਰ ਤੁਹਾਨੂੰ ਕਿਸ ਤਰ੍ਹਾਂ ਦਾ ਰੰਗ ਨਜ਼ਰ ਆਉਂਦਾ ਹੋਏਗਾ ਨਾ ਬ੍ਰੈਡ ਦੇ ਉੱਪਰ। Observe the patches under the microscope. ਕਹਿੰਦਾ ਜੀ ਇਹਨੂੰ ਮਾਈਕਰੋਸਕੋਪ ਦੀ ਮਦਦ ਨਾਲ ਵੇਖੋ। You will see cotton like threads spread on the piece of bread. ਕਹਿੰਦਾ ਜੀ ਤੁਹਾਨੂੰ ਨਾ ਰੂੰ ਦੇ ਧਾਗੇ ਵਰਗੇ ਨਾ ਕੁਛ ਲੰਬੀਆਂ ਲੰਬੀਆਂ ਨਾ ਲਾਈਨਾਂ ਨਜ਼ਰ ਆਉਂਦੀਆਂ ਹੋਣਗੀਆਂ। These organisms are called fungi. ਕਹਿੰਦਾ ਜੀ ਜਿਹੜੇ ਉੱਪਰ ਦੇ ਆਰਗੇਨਿਜ਼ਮ ਬਣਦੇ ਪਏ ਨੇ ਬ੍ਰੈਡ ਦੇ ਉੱਪਰ, ਉਹ ਕੀ ਉਹਨੂੰ ਕੀ ਬੋਲਦੇ ਨੇ ਜੀ? ਫੰਗੀ। ਪੰਜਾਬੀ 'ਚ ਉਹਨੂੰ ਬੋਲਦੇ ਨੇ ਉੱਲੀ। ਉਹ ਨਜ਼ਰ ਆ ਰਹੀ ਹੈ ਬ੍ਰੈਡ ਦੇ ਉੱਪਰ। ਠੀਕ ਹੈ ਜੀ, ਅੱਗੋਂ ਗੱਲ ਕਰ ਰਹੇ ਹਾਂ ਜੀ ਸੈਪਰੋਟੋਪਿਕ ਨਿਊਟ੍ਰੀਸ਼ਨਸ। ਹੁਣ ਅਸੀਂ ਪੜ੍ਹਿਆ ਸੀ ਜੀ ਕਿ ਆਟੋਟੋਪਿਕ ਨਿਊਟ੍ਰੀਸ਼ਨਸ ਕਿਹੜਾ ਹੁੰਦਾ, ਹਾਈਡਰੋਟੋਪਿਕ ਕਿਹੜਾ ਹੁੰਦਾ। ਹੁਣ ਗੱਲ ਕਰ ਰਹੇ ਹਾਂ ਜੀ ਸੈਪਰੋਟੋਪਿਕ ਨਿਊਟ੍ਰੀਸ਼ਨਸ। The mode of nutrition in which organisms take in nutrients from dead and decaying matter is called saprotropic nutrition. ਕਹਿੰਦਾ ਜੀ ਉਹ ਪੋਸ਼ਣ ਦੀ ਵਿਧੀ ਜਿਸ ਵਿੱਚ ਜੀਵ ਜੰਤੂ ਆਪਣਾ ਪੋਸ਼ਕ ਤੱਤ ਅਤੇ ਆਪਣਾ ਖਾਣਾ ਮਰੇ ਹੋਏ ਜਾਂ ਕਿਸੇ ਜੈਵ ਪਦਾਰਥਾਂ ਤੋਂ ਪ੍ਰਾਪਤ ਕਰਦੇ ਨੇ, ਉਹਨੂੰ ਕੀ ਬੋਲਦੇ ਨੇ ਜੀ? ਸੈਪਰੋਟੋਪਿਕ। ਕਿ ਜਿਹੜੇ ਜੀਵ ਜੰਤੂ ਆਪਣਾ ਖਾਣਾ ਮਰੇ ਹੋਏ ਜੀਵ ਜੰਤੂਆਂ ਤੋਂ ਪ੍ਰਾਪਤ ਕਰਦੇ ਨੇ, ਉਹਨੂੰ ਕੀ ਬੋਲਦੇ ਨੇ ਜੀ? ਸੈਪਰੋਟੋਪਿਕ ਨਿਊਟ੍ਰੀਸ਼ਨ। Such organisms with saprotropic mode of nutrients
ਆਰ ਕਾਲਡ ਸੈਪਰੋਟ੍ਰੋਪਸ। ਫॉर एग्जांपल ਮਸ਼ਰੂਮ। ਕਹਿੰਦਾ ਜੀ ਜਿਹੜੇ ਇਸ ਤਰ੍ਹਾਂ ਦਾ ਸੈਪਰੋਟ੍ਰੋਪਿਕ ਨਿਊਟ੍ਰੀਸ਼ਨ ਵਰਤਦੇ ਹੋਣਗੇ ਉਹਨਾਂ ਨੂੰ ਕੀ ਬੋਲਦੇ ਨੇ ਜੀ, ਉਹ ਜਿਹੜੇ ਜੀਵ ਜੰਤੂ ਵਰਤਦੇ ਨੇ ਉਹਨਾਂ ਨੂੰ ਸੈਪਰੋਟ੍ਰੋਪਸ ਬੋਲਦੇ ਨੇ। ਇਹਨੂੰ ਕੀ ਬੋਲਦੇ ਨੇ ਜੀ ਕਿ ਮ੍ਰਿਤਹਾਰੀ ਜੀਵੀ। ਜੇ ਮ੍ਰਿਤਹਾਰੀ ਜੀਵ ਪ੍ਰਣਾਲੀ ਦੀ ਵਰਤੋਂ ਕਰਦੇ ਨੇ ਜਿਹੜੇ ਨੂੰ ਖਾਂਦੇ ਹੋਣਗੇ ਉਹਨਾਂ ਨੂੰ ਕੀ ਬੋਲਦੇ ਨੇ ਜੀ, ਮ੍ਰਿਤਹਾਰੀ ਬੋਲਦੇ ਨੇ। ਅੱਗੋਂ ਗੱਲ ਕਰ ਰਹੇ ਹਾਂ ਜੀ, ਕਹਿੰਦਾ ਜੀ ਸਮ ਫੰਗੀਜ਼ ਆਰ ਆਲਸੋ ਯੂਜ਼ ਐਜ਼ ਮੈਡੀਸਨਸ। ਕਹਿੰਦੇ ਜੀ ਫੰਗੀ ਨੂੰ ਅਸੀਂ ਕਹਿ ਤੇ ਰਹੇ ਹਾਂ ਸਾਡੇ ਵਾਸਤੇ ਮਾੜੀ ਹੈ, ਠੀਕ ਹੈ ਜੀ, ਮ੍ਰਿਤਹਾਰੀ ਚੀਜ਼ਾਂ ਬਣਦੀਆਂ ਪਈਆਂ ਨੇ, ਪਰ ਕੁਝ ਫੰਗੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਯੂਜ਼ ਅਸੀਂ ਮੈਡੀਸਨ ਦੇ ਵਿੱਚ ਵੀ ਕਰਦੇ ਹਾਂ। ਅੱਗੋਂ ਗੱਲ ਕਰ ਰਹੇ ਹਾਂ ਜੀ ਸਿੰਬੋਸਿਸ। ਸਿੰਬੋਸਿਸ ਦਾ ਨਾਂ ਤੋਂ ਪਾ ਲੈਣਾ ਸਿੰਬੋਸਿਸ, ਜਿਹਦੇ ਵਿੱਚ ਕੁਝ ਦੋ ਜਣਿਆਂ ਦਾ ਰਿਲੇਸ਼ਨਸ ਹੋਵੇ, ਇਹਨੂੰ ਬੋਲਦੇ ਨੇ ਸਿੰਬੋਸਿਸ। ਸਮ ਆਰਗੇਨਿਜ਼ਮ ਲਿਵ ਟੂਗੈਦਰ ਐਂਡ ਸ਼ੇਅਰ ਬੋਥ ਸ਼ੈਲਟਰ ਐਂਡ ਨਿਊਟ੍ਰੀਐਂਟਸ, ਦਿਸ ਰਿਲੇਸ਼ਨਸ਼ਿਪ ਇਜ਼ ਕਾਲਡ ਸਿੰਬੋਸਿਸ। ਕਹਿੰਦਾ ਜੀ ਕੁਝ ਆਰਗੇਨਿਜ਼ਮ ਜਿਹੜੇ ਇਕੱਠੇ ਰਹਿੰਦੇ ਨੇ, ਠੀਕ ਹੈ ਜੀ, ਆਪਣਾ ਖਾਣਾ ਆਪਣਾ ਰਹਿਣ ਸਹਿਣ ਸਾਰਾ ਕੁਝ ਸਾਂਝਾ ਉਹ ਵਰਤਦੇ ਨੇ, ਉਹਨਾਂ ਨੂੰ ਕੀ ਬੋਲਦੇ ਨੇ, ਉਸ ਰਿਲੇਸ਼ਨਸ਼ਿਪ ਨੂੰ ਕੀ ਬੋਲਦੇ ਨੇ ਜੀ, ਸਿੰਬੋਸਿਸ ਰਿਲੇਸ਼ਨਸ਼ਿਪ। ਫॉर एग्जांपल सर्टन फंगी लिव इनसाइड द रूट्स। कहता जी किस तरह को मान लो कुछ फंगीज है और कितने रह रही है जी, दरख्त की जड़ों में रह रही है, ठीक है जी। जां लाइकेन्स की एग्जाम्पल आ रहा है जी, इन ऑर्गेनिज्म कॉल्ड लाइकेन्स ए क्लोरोफिल कंटेनिंग पार्टनर्स विच इज़ एन एल्गी एंड फंगस। कहता जी लाइकेन की एग्जाम्पल लीती, वो दो पार्टनर होंगे ने, एक का नाम होंगे एल्गी, दूसरे का नाम फंगस। वो कट्ठे रहंदे ने, लिव टूगैदर, वो कट्ठे रहंदे ने, ठीक है जी। द फंगस प्रोवाइड शैल्टर एंड मिनरल्स एंड वाटर्स। कहता जी फंगस की प्रोवाइड करता पाया वा, किनू करता पाया जी, एल्गी नू की दिंदा पाया जी, खाना दे रहा, रहने की जगह दे रहा, ते खनिज पदार्थ दे रहा टू द एल्गी, एंड इट रिटर्न द एल्गी प्रपेयर द प्रोवाइड्स फूड टू द फंगस। इस दे बदले की कर रही है जी, एल्गी हरे रंग की होंगी है, ठीक है जी, तो इसके बदले की करती पई है, फंगस नू खाना दे रही है बना के, ठीक है जी। एल्गी फंगस की करती पई है जी, एल्गी नू रहने की जगह दे रही है, तो एल्गी के बदले में फंगस नू अपना खाना बना के दे रही है। असीं पढ़िया से सिम्बोसिस, सिम्बोटिक रिलेशनशिप की हुंदा है। हाँ जी अगों पढ़न चाह रहे हैं जी 1.5 हाउ न्यूट्रिएंट्स आर रीप्लेनिश्ड इन द सॉइल। रीप्लेनिश्ड की हुंदा है जी, दोबारा फिलिंग करनी। कहता जी वो पोषक तत्व जिहड़े मिट्टी विच खत्म हो जाते हैं उन्हें दोबारा असीं किद्दां प्राप्त करते हैं। गल कर रहे हैं जी, यू लर्न दैट प्लांट्स अब्जॉर्ब मिनरल्स एंड न्यूट्रिएंट्स फ्रॉम द सॉइल। कहता असीं पहलां पढ़िया जी कि हरे पौधे की करते हैं, खनिज जां कुछ पोषक तत्व कित्थों लै रहे हैं जी, मिट्टी तो लै रहे हैं। सो फर्टिलाइजर्स एंड मैन्यूअर टू एड इन द सॉइल। सानू खाद ते रसायनिक खादां नू मिट्टी विच मिलाउणा पैंदा है तां जो उन्हां नू हरे पौधों नू जां पौधों नू मिनरल्स जां न्यूट्रिएंट्स मिल सके। यूजली क्रॉप प्लांट्स absorb a lot of nitrogen and nitrogen gas is available in the air। कहता जी की गल सारी क्रॉप्स की करदियां पईयां, नाइट्रोजन नू ज़्यादा किहड़ी गैस की लोड़ पैंदी, नाइट्रोजन की लोड़ पैंदी है। हवा विच नाइट्रोजन गैस बहुत वड्डी मात्रा विच मिलती है, 78% जिहड़ी गैस हवा विच पाई जाती है वो किहड़ी है जी, नाइट्रोजन है। प्लांट्स कैन नॉट यूज इट इन द मैनर्स दे कैन यूज कार्बन डाइऑक्साइड। कहता जी प्लांट्स नाइट्रोजन गैस नू इस तरह यूज नहीं कर सकते जिस तरह कार्बन डाइऑक्साइड नू यूज करते हैं। कार्बन डाइऑक्साइड किस तरह लेंदे ने जी, वो ग्रीन प्लांट्स तो लै रहे हैं, स्टोमेटा राही अंदर अपने अब्जॉर्ब करते पे ने, पर नाइट्रोजन गैस में अपने अंदर इस तरह अब्जॉर्ब नहीं कर सकते। दे नीड नाइट्रोजन इन सॉल्युबल फॉर्म्स। उन्होंने किहड़ी फॉर्म चाहिए है जी, सॉल्युबल फॉर्म चाहिए है। द बैक्टीरियम्स कॉल्ड राइजोबियम कन्वर्ट इट इनटू अ यूजेबल फॉर्म। कहता जी मिट्टी विच बैक्टीरिया पाया जाता है जिन्हों की बोलते हैं जी, राइजोबियम। वो की करता पाया जी, नाइट्रोजन गैस नू कन्वर्ट करता पाया एक सॉल्युबल फॉर्म दे विच, तां करता पाया कन्वर्ट तां जो ग्रीन प्लांट्स लै सकन, क्योंकि उन्होंने प्रोटीन बनाने लई नाइट्रोजन गैस की बहुत ज़्यादा लोड़ पैंदी है। बट राइजोबियम कैन नॉट मेक इट्स ओन फूड, सो इट्स ऑफन लिव्स इन द रूट्स ऑफ ग्राम्स, पीस, मूंग, बीन्स एंड अदर लेग्यूमिन्स एंड प्रोवाइडेड दैम विद द नाइट्रोजन। कहता जी इस राइजोबियम बैक्टीरियम की हुंदा जी, वो अपना खाना खुद नहीं बना सकता, वो की अपना खाना बनाने लई किन्हां दी जड़ां विच रह रहा जी, जेड़े कि जिस तरह कि हो गया मटर हो गए, मूंग हो गई, ठीक है जी, फलीदार सब्जियां दालां दी जड़ां विच रहिंदा। क्यों रहिंदा पिया जी, तां रह रहा तां जो उन्हां तो अपना खाना लै सके, ठीक है जी, तो उन्होंने बदले च की दे सके, नाइट्रोजन दे सके। इन रिटर्न द प्लांट्स प्रोवाइड फूड एंड शैल्टर टू द बैक्टीरिया, दे कैन रिड्यूस यूज ऑफ नाइट्रोजन फर्टिलाइजर्स। की करते पे जी, ये बदले ग्रीन प्लांट्स रहने की जगह दे रहे हैं, तो ग्रीन प्लांट्स नाइट्रोजन बैक्टीरिया की देंदा पे जी, वापस नाइट्रोजन गैस दे रहे हैं। ये नाल की हुंदा जी, सानू अपनी जमीन के विच नाइट्रोजन गैस की घट लोड़ पैंदी है, क्योंकि ये सारी चीज़ां इत्थों ही मिल सकदियां ने। हाँ जी सारा कुछ असीं पढ़िया सी जी कि नाइट्रोजन के किहड़े-किहड़े मोड्स बड़े ने, पैरासाइट की हुंदा, इंसैक्टिवोरस प्लांट्स किहड़े हुंदे ने, ठीक है जी, सैप्रोटॉप्स किनू बोलते हैं। सारा कुछ चैप्टर साडा कंप्लीट हो चुका है।
ਜੇਕਰ ਤੁਸੀਂ ਹੋਰ ਵੀ ਇਸ ਵੀਡੀਓਜ਼ ਬਾਰੇ ਵੇਖਣਾ ਜਾਂ ਕੋਈ ਪਿਛਲਾ ਟੌਪਿਕ ਪੜ੍ਹਨਾ ਚਾਹੁੰਦੇ ਹੋ ਸਾਡੀ ਨਾ ਚੈਨਲ ਦੇ ਪਲੇਲਿਸਟ ਦੇ ਵਿੱਚ ਵੇਖ ਸਕਦੇ ਹੋ। ਤੇ ਅਸੀਂ ਹੁਣ ਨਾ ਤੁਹਾਨੂੰ ਨੈਕਸਟ ਕੰਮ ਕੀ ਤੁਹਾਡਾ ਜੀ ਹੋਮਵਰਕ ਤੁਹਾਡੀ ਬੁੱਕ ਦੇ ਵਿੱਚ ਦੱਸਿਆ ਹੋਇਆ ਜੀ ਹੋਮਵਰਕ ਕਿੱਥੇ ਹੈ 7ਵਾਂ 8ਵਾਂ ਤੇ 9ਵਾਂ ਕੁਐਸਚਨ ਤੁਸੀਂ ਕਰਨੇ। ਹਾਂਜੀ 7th ਕੁਐਸਚਨ ਦਾ ਫਸਟ ਪਾਰਟ ਕੀ ਕਹਿੰਦਾ ਜੀ ਇਹਨਾਂ ਦਾ ਨਾਮ ਲਿਖਣੇ। ਦ ਪੈਰਾਸਾਈਟ ਪਲਾਂਟਸ ਵਿਦ ਯੈਲੋ ਸਲੈਂਡਰ ਐਂਡ ਬ੍ਰਾਂਚਡ ਸਟੀਮਸ ਕਹਿੰਦਾ ਜੀ ਉਹ ਪੈਰਾਸਾਈਟ ਪਲਾਂਟਸ ਕਿਹੜਾ ਹੁੰਦਾ ਜਿਹੜਾ ਯੈਲੋ ਕਲਰ ਦਾ ਹੁੰਦਾ ਜਿਹੜਾ ਕਿ ਦੂਸਰੇ ਪੱਤਿਆਂ ਦੇ ਉੱਪਰ ਚੜਿਆ ਹੁੰਦਾ ਉਸਦਾ ਨਾਮ ਲਿਖਣਾ ਤੁਸੀਂ। ਸੈਕਿੰਡ ਕੁਐਸਚਨ ਦ ਪਲਾਂਟ ਦੈਟ ਇਜ਼ ਪਾਰਸ਼ਲੀ ਆਲੋਟ੍ਰੋਪਿਕਸ ਉਸ ਪਲਾਂਟ ਦਾ ਨਾਮ ਲਿਖਣਾ ਜੋ ਪਾਰਸ਼ਲੀ ਆਲੋਟ੍ਰੋਪਿਕ ਹੈਗਾ। ਦ ਪੋਰਸ ਥਰੂ ਵਿਚ ਲੀਵਸ ਐਕਸਚੇਂਜਿਸ ਗੈਸਿਸ ਠੀਕ ਹੈ ਜੀ ਉਸ ਪੋਰਸ ਨੂੰ ਕੀ ਕਹਿੰਦੇ ਨੇ ਜੀ ਠੀਕ ਹੈ ਜਿੱਥੋਂ ਕਿ ਗੈਸਾਂ ਦਾ ਐਕਸਚੇਂਜ ਹੁੰਦਾ। 8ਵਾਂ ਕੁਐਸਚਨ ਹੈ ਜੀ ਅਗਲਾ ਇਹਨਾਂ ਸਾਹਮਣੇ ਜੋ ਤੁਹਾਨੂੰ ਟ੍ਰਿਕ ਲੱਗ ਰਿਹਾ ਜੀ MCQ ਦੇ ਰਹੀ ਹਾਂ ਜੀ ਜੋ ਤੁਹਾਨੂੰ ਆਨਸਰ ਸਹੀ ਲੱਗਦਾ ਉਹਦੇ ਅੱਗੇ ਟਿਕ ਲਗਾਉਣਾ। ਕੌਸਕੈਟਾ ਇਜ਼ ਐਨ ਐਗਜ਼ਾਮਪਲ ਆਫ ਕਾਹਦੀ ਐਗਜ਼ਾਮਪਲ ਹੈ ਜੀ ਨੰਬਰ A ਆਟੋਪਸੀ ਨੰਬਰ 2 ਪੈਰਾਸਾਈਟਸੀ ਨੰਬਰ 3 ਸੈਪਰੋਟੋਪਸੀ ਕਿ ਨੰਬਰ 4 ਹੋਸਟ ਦੀ ਤੁਹਾਨੂੰ ਜੋ ਨਾ ਚਾਰਾਂ ਚੋਂ ਲੱਗਦਾ ਪਿਆ ਉਹਦੇ ਅੱਗੇ ਟਿਕ ਲਗਾ ਦਿਓ। ਸੈਕਿੰਡ ਕੁਐਸਚਨ ਦ ਪਲਾਂਟ ਵਿਚ ਟ੍ਰੈਪਸ ਐਂਡ ਫੀਡਸ ਔਨ ਇਨਸੈਕਟ ਇਜ਼ ਕਾਲਡ ਡੈਸ਼ ਕੌਸਕੈਟਾ ਚਾਈਨਾ ਰੋਜ਼ ਪਿਚਰ ਪਲਾਂਟ ਕਿ ਰੋਜ਼ ਇਹਨਾਂ ਚਾਰਾਂ ਤੁਹਾਨੂੰ ਜੋ ਲੱਗਦਾ ਪਿਆ ਤੁਸੀਂ ਦੱਸਣਾ ਜੀ। ਅੱਗੇ ਮੈਚ ਦਾ ਕਾਲਮ ਹੈ ਜੀ 2 ਕਾਲਮ ਬਣਾਏ ਨੇ 1 ਐਂਡ 2 ਤੁਹਾਨੂੰ ਜਿਹੜਾ ਕਾਲਮ ਚੋਂ ਜੋ ਆਨਸਰ ਸਹੀ ਲੱਗਦਾ ਉਹਨੂੰ ਸਾਹਮਣੇ ਲਿਖਣਾ। ਜਿਸ ਤਰ੍ਹਾਂ 1 ਕਾਲਮ ਦੇ ਕਿਹੜੇ ਕਿਹੜੇ ਆਪਸ਼ਨਸ ਨੇ ਕਲੋਰੋਫਿਲ ਨਾਈਟ੍ਰੋਜਨ ਕੌਸਕੈਟਾ ਐਨੀਮਲ ਇਨਸੈਕਟਸ ਤੇ ਸੈਕਿੰਡ 'ਚ ਕੀ ਹੈ ਜੀ ਰਾਈਜ਼ੋਬੀਅਮ ਹਾਈਡਰੋਟ੍ਰੋਪਸ ਪਿਚਰ ਪਲਾਂਟ ਲੀਫ ਪੈਰਾਸਾਈਟਸ ਇਹਨਾਂ ਸਾਹਮਣੇ ਜਿਸ ਤਰ੍ਹਾਂ ਕਲੋਰੋਫਿਲ ਦਾ ਆਨਸਰ ਤੁਹਾਨੂੰ ਜੋ ਸਹੀ ਲੱਗਦਾ ਪਿਆ ਤੁਸੀਂ ਉਹਦੇ ਸਾਹਮਣੇ ਲਿਖਣਾ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਤਾਂ ਹੀ ਮਿਲਣਗੇ ਜੇਕਰ ਤੁਸੀਂ ਸਾਰੀ ਵੀਡੀਓਜ਼ ਨੂੰ ਧਿਆਨ ਨਾਲ ਸੁਣਿਆ ਜਾਂ ਪੜ੍ਹਿਆ ਹੋਵੇਗਾ ਠੀਕ ਹੈ ਜੀ। ਇਸ ਵੀਡੀਓ ਨੂੰ ਦੁਬਾਰਾ ਸੁਣੋ ਵੇਖੋ ਤਾਂ ਤੁਹਾਨੂੰ ਸਭ ਦੇ ਆਨਸਰ ਮਿਲਣਗੇ। ਇਹਨਾਂ ਸਾਰੇ ਆਨਸਰਸ ਨੂੰ ਆਪਣੀ ਸਾਇੰਸ ਦੀ ਨੋਟਬੁੱਕ ਤੇ ਕਰਨਾ ਹੈ। ਓਕੇ ਜੀ ਥੈਂਕ ਯੂ ਬੇਟਾ ਜੀ।